स्टूडेंट्स वेलकम बैक टू माई यूट्यूब चैनल। सो बच्चों इस वीडियो ਦੇ ਵਿੱਚ ਅਸੀਂ ਚੈਪਟਰ ਕੰਪਲੀਟ ਕਰਨ ਵਾਲੇ ਹਾਂ। ਸੋ ਧਿਆਨ ਨਾਲ ਸਮਝ ਲਿਓ ਔਰ ਹਰ ਵਰਡ ਨੂੰ ਜਿਹਨੂੰ ਮੈਂ ਅੰਡਰਲਾਈਨ ਕਰਕੇ ਤੁਹਾਨੂੰ ਮੀਨਿੰਗ ਦੱਸਦੀ ਹਾਂ ਉਹਨੂੰ ਨੋਟਿਸ ਕਰਿਆ ਕਰੋ, ਨੋਟਬੁੱਕ 'ਚ ਲਿਖਿਆ ਕਰੋ, ਤੁਹਾਡੇ ਫਿਊਚਰ 'ਚ ਤੁਹਾਡੇ ਕੰਮ ਆਉਣਾ। ਠੀਕ ਹੈ, ਸੋ ਸਟਾਰਟ ਕਰਦੇ ਹਾਂ। One day while Philip was busy practicing, a man came to door। ਕਹਿੰਦੇ ਜਦੋਂ ਫਿਲਿਪ ਇੱਕ ਦਿਨ ਪ੍ਰੈਕਟਿਸ ਕਰ ਰਿਹਾ ਸੀ ਤਾਂ ਇੱਕ ਆਦਮੀ ਉਹ ਦਰਵਾਜ਼ੇ 'ਤੇ ਆਉਂਦਾ ਆ। He said, ਉਹ ਕਹਿੰਦੇ ਆ, I have been listening for 5 minutes। ਕਹਿੰਦੇ ਮੈਂ 5 ਮਿੰਟ ਤੋਂ ਸੁਣ ਰਿਹਾ ਆ। You play the violin very nicely। ਤੂੰ ਵਾਇਲਨ ਬਹੁਤ ਅੱਛਾ ਵਜਾਉਣਾ ਆ। Won't you come in? asked Philip। ਫਿਲਿਪ ਪੁੱਛਦਾ ਹੈ ਕਿ ਤੁਸੀਂ ਅੰਦਰ ਆਓਗੇ, ਅੰਦਰ ਨਹੀਂ ਆਓਗੇ। Want ਮਤਲਬ ਆਉਣਾ, ਆਓਗੇ ਪੁੱਛਦਾ ਹੈ। Would not, want। Thank you, I will, said the man। Man ਕਹਿੰਦਾ ਥੈਂਕ ਯੂ, ਮੈਂ ਆਵਾਂਗਾ, ਆਪ ਜੀ ਦਾ ਧੰਨਵਾਦ। He stepped inside and continued। ਕਹਿੰਦੇ ਉਹ ਅੰਦਰ ਆਉਂਦਾ ਆ। Stepped inside ਅੰਦਰ ਆਉਂਦਾ ਹੈ ਅਤੇ ਕੰਟੀਨਿਊ ਕਰਦੇ ਆਪਣੀ ਗੱਲ ਨੂੰ। Have you ever thought of joining a circus? ਇਹ ਸਰਕਸ ਆ, ਸਰਕਲ ਨਹੀਂ ਆ। ਕਹਿੰਦੇ ਕਿ ਤੁਸੀਂ ਕਦੇ ਸੋਚਿਆ ਕਿ ਤੁਸੀਂ ਇੱਕ ਸਰਕਸ ਨੂੰ ਜੁਆਇਨ ਕਰਨਾ ਚਾਹੋਗੇ? Why no, sir, said Philip in surprise। ਫਿਲਿਪ ਬੜੀ ਹੀ ਹੈਰਾਨੀ ਦੇ ਨਾਲ ਕਹਿੰਦਾ ਕਿ ਕਿਉਂ ਨਹੀਂ, ਮੈਂ ਕਿਉਂ ਨਹੀਂ ਕਰੂੰਗਾ, ਮੈਂ ਤਾਂ ਕਰਨਾ ਚਾਹੂੰਗਾ। I am the leader of the band in the circus that is showing near Pennsylvania Avenue, said the man। ਮੈਨ ਕਹਿੰਦਾ ਹੈ ਕਿ ਪੈਨਸੋਲਿਵਨੀਆ ਐਵੇਨਿਊ ਦੇ ਵਿੱਚ ਮੈਂ ਕੀ ਹਾਂ, ਲੀਡਰ ਹਾਂ। ਕਾਹਦਾ? ਬੈਂਡ ਦਾ। ਠੀਕ। If you should care to join us, I would be most happy to employ you। ਕਹਿੰਦਾ ਜੇਕਰ ਤੂੰ ਸਾਨੂੰ ਜੁਆਇਨ ਕਰੂੰਗਾ ਤਾਂ ਮੈਂ ਬਹੁਤ ਹੀ ਖੁਸ਼ ਹੋਊਂਗਾ ਤੈਨੂੰ ਨੌਕਰੀ ਦੇ ਕੇ, ਤੈਨੂੰ ਇੰਪਲੋਏ ਬਣਾ ਕੇ ਮੈਂ ਬਹੁਤ ਖੁਸ਼ ਹੋਊਂਗਾ। Visions of wonderful life in the circus flashed through Philip's mind। ਯਾਨੀ ਕਿ ਵਿਜ਼ਨਸ ਮਤਲਬ ਲਾਈਕ ਦ੍ਰਿਸ਼, ਉਹ ਦ੍ਰਿਸ਼ ਜਿਹੜੇ ਆ ਵੰਡਰਫੁਲ ਜਿਹੜੇ ਦ੍ਰਿਸ਼ ਹੁੰਦੇ ਆ ਸਰਕਸ ਲਾਈਫ ਦੇ, ਉਹ ਫਿਲਿਪ ਦੇ ਮਾਇੰਡ ਦੇ ਵਿੱਚ ਬਾਰ-ਬਾਰ ਆਉਂਦੇ ਆ। ਫਲੈਸ਼ਡ ਹੁੰਦਾ ਕਿਸੇ ਚੀਜ਼ ਦਾ ਹੋਣਾ, ਝਲਕ ਹੋਣਾ ਜਿਹੜੀ ਆ ਉਹ ਉਹਦੇ ਮਾਇੰਡ ਦੇ ਵਿੱਚ ਬਾਰ-ਬਾਰ ਉਹਨੂੰ ਆਉਂਦੀ, ਯਾਨੀ ਕਿ ਉਹ ਸੋਚਣ ਲੱਗ ਜਾਂਦਾ ਆਪਣੇ ਆਉਣ ਵਾਲੇ ਫਿਊਚਰ ਨੂੰ ਲੈ ਕੇ। I would like to do it। ਕਹਿੰਦਾ ਮੈਂ ਇੱਦਾਂ ਕਰੂੰਗਾ। He said wistfully। ਕਹਿੰਦੇ ਉਹ ਉਦਾਸੀ ਦੇ ਨਾਲ ਕਹਿੰਦਾ ਆ, wistfully ਉਦਾਸੀ ਜਿਹੀ ਦੇ ਨਾਲ ਕਹਿੰਦਾ ਕਿ ਮੈਂ ਇੱਦਾਂ ਕਰੂੰਗਾ। But I don't think my father would let me go। ਪਰ ਮੇਰੇ ਫਾਦਰ ਜਿਹੜੇ ਆ ਮੈਨੂੰ ਲੱਗਦਾ ਨਹੀਂ ਵੀ ਉਹ ਭੇਜ ਦੇਣਗੇ। Don't tell him, said the man। ਪਰ ਦੇਖੋ ਉਹ ਆਦਮੀ ਕਹਿ ਰਿਹਾ ਆ ਕਿ ਆਪਣੇ ਫਾਦਰ ਨੂੰ ਹੀ ਨਾ ਦੱਸ। The circus man suggested shocked Philip। ਕਹਿੰਦੇ ਜੋ ਸਰਕਸ ਮੈਨ ਨੇ ਸੁਜੈਸ਼ਨ ਦਿੱਤੀ ਉਹਦੇ ਤੋਂ ਤਾਂ ਫਿਲਿਪ ਸ਼ੌਕਡ ਹੀ ਹੋ ਗਿਆ, ਸਦਮੇ 'ਚ ਹੀ ਆ ਗਿਆ, ਇੱਕਦਮ ਸੋਚਣ ਹੀ ਲੱਗ ਪਿਆ ਇਹ ਕੀ ਕਹਿ ਰਿਹਾ ਆ। Oh, I couldn't just go off without asking him, Philip answered। ਕਹਿੰਦੇ ਮੈਂ ਆਪਣੇ ਫਾਦਰ ਸਾਹਿਬ ਨੂੰ ਬਿਨਾਂ ਮਿਲੇ, ਬਿਨਾਂ ਉਹਨਾਂ ਨੂੰ ਦੱਸੇ ਨਹੀਂ ਇੱਦਾਂ ਕਰ ਸਕਦਾ। ਠੀਕ ਹੈ। But often fathers don't understand what a very fine future there is for a boy who is traveling with the circus। ਤੇ ਉਹ ਮੈਨ ਜਿਹੜਾ ਆ he argued, ਮੈਨ ਕੀ ਆ, ਵਾਦ ਵਿਵਾਦ, ਗੱਲਬਾਤ ਕਰਦਾ ਆ, ਆਰਗੂ ਕਰਦਾ ਹੈ ਅਤੇ ਕਹਿੰਦਾ ਆ ਕਿ ਮੋਸਟ ਫਾਦਰਸ ਇੱਦਾਂ ਦੇ ਹੁੰਦੇ ਆ ਜਿਹੜੇ ਆਪਣੇ ਬੱਚਿਆਂ ਨੂੰ, ਆਪਣੇ ਬੋਇਜ਼ ਦੇ ਫਿਊਚਰ ਨੂੰ ਲੈ ਕੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਰਕਸ ਜਿਹੜੀ ਆ ਉਹਨਾਂ ਦਾ ਫਿਊਚਰ ਕੀ ਆ, ਅੱਛਾ ਵੀ ਬਣਾ ਸਕਦੀ ਆ। I'll tell you what to do। ਕਹਿੰਦਾ I'll tell you what to do। ਕਹਿੰਦਾ ਮੈਂ ਤੈਨੂੰ ਦੱਸਦਾ ਆ ਤੂੰ ਕੀ ਕਰਨਾ। Tomorrow night you bring your fiddle and go along with us when we leave। ਕਹਿੰਦਾ ਕੱਲ੍ਹ ਰਾਤ ਨੂੰ ਤੂੰ ਇੱਦਾਂ ਕਰੀ, ਆਪਣੀ ਫਿਡਲ ਲੈ ਕੇ ਆਈ। ਫਿਡਲ ਹੁੰਦਾ ਸਾਰੰਗੀ। ਆਪਣੀ ਫਿਡਲ ਲੈ ਆਈ ਅਤੇ ਸਾਡੇ ਨਾਲ ਚੱਲ ਪਈ। After we have been away for a day or two, you can write your father and tell him what a wonderful time you are having। ਕਹਿੰਦਾ ਜਦੋਂ ਆਪਾਂ 1-2 ਦਿਨ ਅੱਗੇ ਨਿਕਲ ਜਾਵਾਂਗੇ, ਆਪਾਂ 1-2 ਦਿਨ ਜਦੋਂ ਆਪਾਂ ਨੂੰ ਹੋ ਗਏ ਘਰੋਂ ਤੁਰਿਆਂ ਨੂੰ, ਕਹਿੰਦਾ ਫਿਰ ਤੂੰ ਆਪਣੇ ਫਾਦਰ ਨੂੰ ਲੈਟਰ ਭੇਜ ਦੇਈਂ ਅਤੇ ਦੱਸ ਦੇਈਂ ਕਿ
ਮੈਂ ਮਤਲਬ ਕਿ ਇੱਥੋਂ ਜਾ ਚੁੱਕਾ ਹਾਂ ਅਤੇ ਮੈਂ ਇੱਦਾਂ ਵਧੀਆ ਵੰਡਰਫੁਲ ਆਪਣੀ ਲਾਈਫ ਨੂੰ ਜਿਹੜਾ ਸਪੈਂਡ ਕਰ ਰਿਹਾ, ਅੱਛਾ ਟਾਈਮ ਸਪੈਂਡ ਕਰ ਰਿਹਾ। ਪਰਹੈਪਸ ਹੀ ਵੋਂਟ ਇੰਟਰਫੇਅਰ ਦੈਨ, ਕਹਿੰਦੇ ਆਸ ਜਾਂ ਉਮੀਦ ਆ ਵੀ ਉਦੋਂ ਉਹ ਇੰਟਰਫੇਅਰ ਨਹੀਂ ਕਰਨਗੇ। ਇੰਟਰਫੇਅਰ ਮਤਲਬ ਕੋਈ ਦਖਲ ਦੇ ਹੀ ਨਹੀਂ ਸਕਦੇ। ਓਬਵੀਅਸ ਜਦੋਂ ਉਹ ਇੰਨੀ ਦੂਰ 1-2 ਦਿਨ ਦੂਰ ਚਲਾ ਜਾਏਗਾ, 1-2 ਦਿਨ ਉਸ ਥਾਂ ਤੋਂ ਦੂਰ ਚਲਾ ਜਾਏਗਾ ਟਰੈਵਲ ਕਰਦਿਆਂ ਹੋਇਆ, ਤਾਂ ਨੈਚੁਰਲ ਉਹਦੇ ਫਾਦਰ ਇੰਟਰਫੇਅਰ ਕਰ ਹੀ ਨਹੀਂ ਸਕਦੇ। ਅਦਰਵਾਈਜ਼ if you tell him now he might forbid you to go, ਕਹਿੰਦੇ ਅਦਰਵਾਈਜ਼ ਪਰ ਜੇਕਰ ਤੂੰ ਉਹਨੂੰ ਹੁਣ ਦੱਸ ਦਿੰਦਾ ਆ ਤੇ ਉਹ ਤੈਨੂੰ ਰੋਕ ਸਕਦੇ, forbid ਤੈਨੂੰ ਰੋਕਣਗੇ। ਫਿਲਿਪ ਫਾਈਨਲੀ ਅਗਰੀਡ ਟੂ ਰਿਪੋਰਟ ਦ ਫੋਲੋਇੰਗ ਨਾਈਟ, ਕਹਿੰਦੇ ਫਿਲਿਪ ਵੀ ਜਿਹੜਾ ਆ ਬਿਲਕੁਲ ਇੱਦਾਂ ਹੀ ਕਰਨ ਬਾਰੇ ਸੋਚ ਲੈਂਦਾ, ਮੰਨ ਲੈਂਦਾ ਵੀ ਹਾਂ ਠੀਕ ਆ। The more he thought about his decision and about the glory in store for him, the more elated he felt. Elated ਹੁੰਦਾ ਖੁਸ਼ ਹੋਣਾ। ਕਹਿੰਦੇ ਜਿੰਨਾ ਉਹ ਆਪਣੀਆਂ ਸੋਚਾਂ ਨੂੰ ਸੋਚਦਾ ਆ, ਆਪਣੇ ਫਿਊਚਰ ਨੂੰ ਸੋਚਦਾ ਆ, ਜਿਹੜੀ ਕਿ ਕਹਿੰਦੇ ਉਹਦੇ ਫਿਊਚਰ 'ਚ ਜਿਹੜੀ ਗਲੋਰੀ ਸਟੋਰ ਕੀਤੀ ਪਈ ਹੈ ਨਾ, ਉਹਦਾ ਫਿਊਚਰ ਦੇ ਵਿੱਚ ਲਾਈਕ ਬਹੁਤ ਅੱਗੇ ਜਾ ਕੇ ਉਹਨੂੰ ਬਹੁਤ ਸ਼ਾਨ ਇੱਕ ਮਿਲਣੀ ਆ, ਉਹ ਚੀਜ਼ ਜਿਹੜੀ ਆ ਉਹਨੂੰ ਇਹ ਰਿਅਲਾਈਜ਼ ਕਰਾਉਂਦੀ ਆ ਵੀ ਉਹ ਬਹੁਤ ਖੁਸ਼ ਹੁੰਦਾ ਹੈ ਇਹਨਾਂ ਚੀਜ਼ਾਂ ਨੂੰ ਸੋਚ ਕੇ। ਐਟ ਲਾਸਟ ਹੀ ਕੁਡ ਕੀਪ ਕੁਆਇਟ ਨੋ ਲੋਂਗਰ, ਕਹਿੰਦੇ ਅੰਤ ਨੂੰ ਉਹ ਜ਼ਿਆਦਾ ਦੇਰ ਤੱਕ ਚੁੱਪ ਰਹਿ ਹੀ ਨਹੀਂ ਸਕਿਆ। ਹੀ ਵੈਂਟ ਨੈਕਸਟ ਡੋਰ ਟੂ ਸੀ ਹਿਜ਼ ਬੈਸਟ ਫਰੈਂਡ, ਕਹਿੰਦੇ ਉਹ ਅਗਲੇ ਹੀ ਦਰਵਾਜ਼ੇ 'ਤੇ ਮਤਲਬ ਅਗਲੇ ਘਰ ਆਪਣੇ ਬੈਸਟ ਫਰੈਂਡ ਨੂੰ ਮਿਲਣ ਚਲਾ ਜਾਂਦਾ। ਟਿੰਕਲਿੰਗ ਵਿਦ ਐਕਸਾਈਟਮੈਂਟ, ਟਿੰਕਲਿੰਗ ਹੁੰਦਾ ਆ, ਟਿੰਕਲਿੰਗ ਇੱਕ ਫੀਲਿੰਗ ਨੂੰ ਆਪਾਂ ਕਹਿ ਸਕਦੇ ਲਾਈਕ ਝਰਨਾਹਟ, ਝੰਝਨਾਹਟ ਜਿਹੀ ਵਾਈਬ੍ਰੇਸ਼ਨ ਫੀਲਿੰਗ ਜਿਹੜੀ ਹੁੰਦੀ ਉਹ ਵਾਲੀ। ਟਿੰਕਲਿੰਗ ਫੀਲਿੰਗ ਦੇ ਵਿੱਚ ਉਹ ਵਿਦ ਐਕਸਾਈਟਮੈਂਟ, ਯਾਨੀ ਕਿ ਉਹਨੂੰ ਐਕਸਾਈਟਮੈਂਟ ਵੀ ਸੀ ਅਤੇ ਟਿੰਕਲਿੰਗ ਵੀ ਸੀ ਉਹਦਾ ਹੋ ਰਿਹਾ, ਉਹਨੂੰ ਝਰਨਾਹਟ ਵੀ ਫੀਲ ਹੋ ਰਹੀ ਸੀ। ਫਿਲਿਪ ਟੋਲਡ ਹਿਜ਼ ਸੀਕਰੇਟ, ਆਪਣਾ ਇਹ ਸੀਕਰੇਟ ਉਹ ਆਪਣੇ ਦੋਸਤ ਨਾਲ ਸ਼ੇਅਰ ਕਰ ਲੈਂਦਾ। I'm going to join a circus tomorrow night, ਐਡ, ਉਹਦਾ ਨਾਮ ਦੋਸਤ ਦਾ ਸੀ ਐਡ। ਕਹਿੰਦਾ ਮੈਂ ਕੱਲ੍ਹ ਨੂੰ ਸਰਕਸ ਜੁਆਇਨ ਕਰਨ ਜਾ ਰਿਹਾ ਐਡ। I'll make a lot of money and become the leader of a circus band, ਕਹਿੰਦਾ ਮੈਂ ਬਹੁਤ ਸਾਰਾ ਪੈਸਾ ਕਮਾਵਾਂਗਾ ਅਤੇ ਮੈਂ ਸਰਕਸ ਬੈਂਡ ਦਾ ਲੀਡਰ ਵੀ ਬਣ ਜਾਵਾਂਗਾ। Then he cautioned Ed not to tell, ਕੁਐਸਚਨ ਹੁੰਦਾ ਸਾਵਧਾਨ ਕਰਨਾ, ਕਹਿੰਦੇ ਫਿਰ ਉਹ ਆਪਣੇ ਦੋਸਤ ਨੂੰ ਸਾਵਧਾਨ ਕਰਦਾ ਹੈ ਵੀ ਤੂੰ ਕਿਸੇ ਹੋਰ ਨੂੰ ਨਾ ਦੱਸੀ ਪਲੀਜ਼। ਜਿੱਦਾਂ ਆਪਾਂ ਨੈਚੁਰਲੀ ਕਿਸੇ ਨੂੰ ਆਪਣਾ ਟੌਪ ਸੀਕਰੇਟ ਦੱਸ ਦਿੱਤਾ ਅਤੇ ਦੈਨ ਕਹੀਦਾ ਨਾ ਵੀ ਪਲੀਜ਼ ਅੱਗੇ ਨਾ ਕਿਸੇ ਨਾਲ ਗੱਲ ਕਰੀ, ਦ ਸੇਮ ਥਿੰਗ ਉਹਨੇ ਵੀ ਇੱਦਾਂ ਹੀ ਕੀਤੀ। ਐਡਸ ਆਈਬਰੋ ਆਰਕਡ, ਕਹਿੰਦੇ ਐਡਸ ਦੀਆਂ ਆਈਬਰੋਜ਼ ਕੀ ਆ ਉੱਪਰ ਨੂੰ ਚੱਕ ਹੋ ਜਾਣੀਆਂ। ਐਂਡ ਹਿਜ਼ ਮਾਊਥ ਫਲਿਊ ਓਪਨ, ਅਤੇ ਉਹਦਾ ਮੂੰਹ ਕੀ ਆ ਖੁੱਲ੍ਹਾ ਹੀ ਰਹਿ ਜਾਂਦਾ ਆ। ਦ ਨਿਊਜ਼ ਇੰਪ੍ਰੈਸਡ ਹਿਮ ਗ੍ਰੇਟਲੀ, ਇਹ ਖਬਰ ਜਿਹੜੀ ਆ ਉਹਨੂੰ ਬੜਾ ਹੀ ਇੰਪ੍ਰੈਸ ਕਰਦੀ ਆ ਐਡ ਨੂੰ। ਇਟ ਵਾਜ਼ ਸੋ ਮਚ ਔਨ ਹਿਜ਼ ਮਾਈਂਡ ਦੈਟ ਹੀ ਐਕਸਾਈਟਡਲੀ ਟੈਲ ਦਾ ਸੀਕਰੇਟ ਆਊਟ ਐਟ ਸਪਰ ਟਾਈਮ, ਕਹਿੰਦੇ ਉਹਨੇ ਰਾਤ ਦੇ ਖਾਣੇ ਵਿੱਚ ਸਪਰ ਟਾਈਮ ਦੇ ਵਿੱਚ ਇੰਨਾ ਕੁ ਜ਼ਿਆਦਾ ਉਹ ਐਕਸਾਈਟਡ ਸੀਗਾ, ਉਹਦੇ ਮਨ 'ਤੇ ਪ੍ਰਭਾਵ ਇੰਨਾ ਕੁ ਜ਼ਿਆਦਾ ਪਿਆ ਸੀਗਾ। ਲਿਖਿਆ ਨਾ ਇਟ ਵਾਜ਼ ਸੋ ਮਚ ਔਨ ਹਿਜ਼ ਮਾਈਂਡ, ਇਟ ਵਾਜ਼ ਕਿ ਇਹ ਚੀਜ਼ ਉਹਦੇ ਮਾਇੰਡ 'ਤੇ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਸੀ। ਭਾਵੇਂ ਤੇ ਇੰਪ੍ਰੈਸ਼ਨ ਜਾਂ ਐਕਸਪ੍ਰੈਸ਼ਨ ਜਾਂ ਇੰਪੈਕਟ ਨਹੀਂ ਵੀ ਲਿਖਿਆ, ਫਿਰ ਵੀ ਇਹ ਲਾਈਨ ਸਾਨੂੰ ਇਹ ਦੱਸ ਰਹੀ ਆ ਇਟ ਵਾਜ਼ ਸੋ ਮਚ ਔਨ ਹਿਜ਼ ਮਾਈਂਡ, ਕਿ ਇਸ ਚੀਜ਼ ਦਾ ਉਹਦੇ ਮਾਇੰਡ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਦੈਟ ਉਹ ਅਚਾਨਕ ਹੀ ਐਕਸੀਡੈਂਟਲੀ ਸਾਰਾ ਸੀਕਰੇਟ ਜਿਹੜਾ ਆ ਰਾਤ ਦੇ ਖਾਣੇ ਦੇ ਵਿੱਚ ਆਪਣੀ ਫੈਮਿਲੀ ਸਾਹਮਣੇ ਦੱਸ ਦਿੰਦਾ। ਲੇਟਰ ਦੈਟ ਈਵਨਿੰਗ, ਜਦੋਂ ਰਾਤ ਦੇ ਵੇਲੇ ਜ਼ਿਆਦਾ ਰਾਤ ਵੇਲੇ ਆਫਟਰ ਐਡ ਵਾਜ਼ ਸਲੀਪ, ਕਹਿੰਦੇ ਜਦੋਂ ਐਡ ਸਲੀਪ ਸੋ ਰਿਹਾ ਸੀ, ਹਿਜ਼ ਮਦਰ ਪੇਡ ਅ ਵਿਜ਼ਿਟ ਟੂ ਮਿਸਿਜ਼ ਸੋਸਾ, ਜਦੋਂ ਐਡ ਵੀ ਸੋ ਗਿਆ ਅਤੇ ਉਹਦੇ ਮਦਰ ਕੀ ਆ ਫਿਰ ਫਿਲਿਪ ਦੇ ਘਰ ਆਉਂਦੇ ਆ। ਠੀਕ ਹੈ, ਦਿਸ ਇਜ਼ ਸੋ ਨੈਚੁਰਲ, ਜਦੋਂ ਫਿਲਿਪ ਦੇ ਘਰ ਆਉਣਗੇ ਅਤੇ ਫਿਲਿਪ ਦੇ ਘਰਦਿਆਂ ਦੇ ਸਾਹਮਣੇ ਸਾਰਾ ਦਾ ਸਾਰਾ ਸੀਕਰੇਟ ਓਪਨ ਤਾਂ ਕਰਕੇ ਜਾਣਗੇ। ਫਾਈਨ, ਚਲੋ ਜੀ ਆਪਾਂ ਨੈਕਸਟ ਪੇਜ 'ਤੇ ਦੇਖਦੇ ਹਾਂ। The next morning, Philip lay in his bed dreaming a delightful dream
about being the director of a big circus band। ਕਹਿੰਦੇ ਅਗਲੀ ਮਾਰਨਿੰਗ ਫਿਲਿਪ ਜਿਹੜਾ ਸੁੱਤਾ ਪਿਆ ਇੱਕ ਡਿਲਾਈਟਫੁਲ ਬਹੁਤ ਵਧੀਆ ਖੁਸ਼ਨੁਮਾ ਮਤਲਬ ਸੁਪਨੇ ਲੈ ਰਿਹਾ ਹੁੰਦਾ ਵੀ ਉਹ ਡਾਇਰੈਕਟਰ ਬਣਨ ਵਾਲਾ ਹੈ ਇੱਕ ਸਰਕਸ ਵੱਡੇ ਸਰਕਸ ਬੈਂਡ ਦਾ, ਠੀਕ ਹੈ। ਸਡਨਲੀ ਹੀ ਹੀਅਰਡ ਹਿਜ਼ ਫਾਦਰਸ ਜੈਂਟਲ ਵੌਇਸ ਸੇਇੰਗ ਗੁੱਡ ਮਾਰਨਿੰਗ ਸਨ। ਕਹਿੰਦੇ ਸਡਨਲੀ ਅਚਾਨਕ ਹੀ ਉਹਦੇ ਫਾਦਰ ਉਹਨੂੰ ਆਵਾਜ਼ ਦਿੰਦੇ ਆ ਕਿ ਗੁੱਡ ਮਾਰਨਿੰਗ ਬੱਚੇ, ਸਨ ਜੋ ਵੀ ਆ। ਗੁੱਡ ਮਾਰਨਿੰਗ ਪਾਪਾ, ਫਿਲਿਪ ਰਿਪਲਾਈਡ। When you dress today, Mr. Sosa said, put on your Sunday clothes। कि ਜਦੋਂ ਤੂੰ ਡਰੈਸ ਹੋਏਗਾ ਮਤਲਬ ਜਦੋਂ ਤੂੰ ਰੈਡੀ ਹੋਏਗਾ ਕੱਪੜੇ ਪਹਿਨੇਗਾ ਤਾਂ ਤੂੰ ਸੰਡੇ ਵਾਲੇ ਕਲੋਥਸ ਪਹਿਨੇ ਜਿਹੜੇ ਸੰਡੇ ਵਾਲੇ ਦਿਨ ਕੱਪੜੇ ਪਾਈਦੇ ਆ। ਫਿਲਿਪ ਵਾਜ਼ ਸਰਟਨ ਮਤਲਬ ਯਕੀਨ। ਫਿਲਿਪ ਵਾਜ਼ ਸਰਟਨ ਦੈਟ ਇਟ ਵਾਜ਼ ਨਾਟ ਸੰਡੇ। ਕਹਿੰਦੇ ਫਿਲਿਪ ਨੂੰ ਯਕੀਨ ਸੀ ਕਿ ਅੱਜ ਸੰਡੇ ਤਾਂ ਹੈ ਨਹੀਂ, ਪਰ ਫਿਰ ਵੀ ਉਹਨੂੰ ਸੰਡੇ ਵਾਲੇ ਕੱਪੜੇ ਪਾਉਣ ਨੂੰ ਕਹਿ ਰਹੇ ਆ। ਬਟ ਹੀ ਓਬੇਡ ਹਿਜ਼ ਫਾਦਰਸ ਰਿਕੁਐਸਟ। ਪਰ ਉਹ ਆਪਣੇ ਫਾਦਰ ਦੀ ਰਿਕੁਐਸਟ ਨੂੰ ਮੰਨਦਾ ਆ। ਐਜ਼ ਹੀ ਵੈਂਟ ਡਾਊਨ ਸਟੇਅਰਸ ਟੂ ਈਟ ਬ੍ਰੈਕਫਾਸਟ ਹੀ ਕੈਪਟ ਵੰਡਰਿੰਗ। ਕਹਿੰਦੇ ਜਦੋਂ ਉਹ ਬ੍ਰੈਕਫਾਸਟ ਕਰਨ ਦੇ ਲਈ ਨੀਚੇ ਜਾਂਦਾ ਪੌੜੀਆਂ ਉਤਰ ਕੇ ਤਾਂ ਉਹ ਬੜਾ ਹੀ ਹੈਰਾਨ ਹੋ ਜਾਂਦਾ ਆ। ਵਾਈ ਡਿਡ ਪਾਪਾ ਵਾਂਟ ਮੀ ਟੂ ਪੁੱਟ ਔਨ ਮਾਈ ਸੰਡੇ ਕਲੋਥਸ। ਅਤੇ ਉਹ ਸੋਚਦਾ ਆ ਕਿ ਕਿਉਂ ਪਾਪਾ ਚਾਹੁੰਦੇ ਆ ਕਿ ਮੈਂ ਸੰਡੇ ਵਾਲੇ ਕਲੋਥਸ ਪਹਿਨਾਂ। ਮਿਸਟਰ ਸੋਸਾ ਚੈਟਰਡ with Philip in a friendly way until the end of the meal. Then he said abruptly, we will take a walk। abruptly ਹੁੰਦਾ ਤੇਜ਼ੀ ਨਾਲ। ਕਹਿੰਦੇ ਮਿਸਟਰ ਸੋਸਾ ਉਹਦੇ ਨਾਲ ਗੱਲਬਾਤ ਕਰਦੇ ਆ ਫਰੈਂਡਲੀ ਵੇ ਦੇ ਨਾਲ ਅਤੇ ਸ਼ੁਰੂ ਦੇ ਵਿੱਚ ਅਤੇ ਐਂਡ ਜਦੋਂ ਮਤਲਬ ਜਦੋਂ ਮੀਲ ਖਾ ਰਹੇ ਹੁੰਦੇ ਉਦੋਂ ਤੱਕ ਉਹ ਅੱਛੇ ਤਰੀਕੇ ਨਾਲ ਫਰੈਂਡਲੀ ਵੇ 'ਚ ਗੱਲ ਕਰਦੇ ਆ। ਉਸ ਤੋਂ ਬਾਅਦ ਉਹ ਐਬਰਪਟਲੀ ਹੁੰਦਾ ਤੇਜ਼ੀ ਨਾਲ, ਫਿਰ ਜਲਦੀ ਨਾਲ ਉਹਨੂੰ ਕਹਿੰਦੇ ਆ ਲਾਈਕ ਉਹਨਾਂ ਦੇ ਵਰਡਸ ਐਬਰਪਟਲੀ ਜਲਦੀ ਨਿਕਲਦੇ ਆ ਕਿ ਹੁਣ ਅਸੀਂ ਅੱਜ ਇੱਕ ਵਾਕ 'ਤੇ ਜਾਣਾ, ਤੂੰ ਤਿਆਰ ਆ ਨਾ। They had walked only a few blocks when Philip realized that they were headed towards the United States Marine Barracks। ਕਹਿੰਦੇ ਜਦੋਂ ਥੋੜ੍ਹਾ ਜਿਹਾ ਹੀ ਕੁਝ ਕੁ ਬਲੌਕਸ ਦੇ ਅੱਗੇ ਜਾਂਦੇ ਆ, ਕੁਝ ਕੁ ਗਲੀਆਂ ਅੱਗੇ ਜਾਂਦੇ ਆ ਤਾਂ ਫਿਲਿਪ ਨੂੰ ਪੱਕਾ ਲੱਗਣ ਲੱਗ ਜਾਂਦਾ ਕਿ ਇਹ ਯੂਨਾਈਟਡ ਸਟੇਟਸ ਮਰੀਨ ਬੈਰਕਸ ਜਾਣ ਵਾਲੇ ਆ। ਦ ਬੋਏ ਵੰਡਰਡ ਵਾਈ ਹਿਜ਼ ਫਾਦਰ ਵਾਜ਼ ਟੇਕਿੰਗ ਹਿਮ ਦੇਅਰ। ਬੋਏ ਜਿਹੜਾ ਹੈਰਾਨ ਹੋ ਜਾਂਦਾ ਕਿ ਉਹਦੇ ਫਾਦਰ ਉਹਨੂੰ ਉੱਥੇ ਕਿਉਂ ਲੈ ਕੇ ਜਾ ਰਹੇ ਆ। ਹੀ ਸੂਨ ਲਰਨਡ। ਕਹਿੰਦੇ ਜਲਦੀ ਹੀ ਉਹਨੂੰ ਪਤਾ ਲੱਗ ਜਾਂਦਾ। ਵਿਦਿਨ ਐਨ ਆਰ ਫਿਲਿਪ ਵਾਜ਼ ਐਨਲਿਸਟਡ ਹੁੰਦਾ ਦਰਜ ਹੋਣਾ, ਕਿਸੇ ਚੀਜ਼ 'ਚ ਨਾਮ ਦਰਜ ਹੋਣਾ। ਐਨਲਿਸਟਡ ਐਜ਼ ਐਨ ਅਪੈਰੈਂਟਾਈਜ਼ to study music in the marine band। apprentice ਮਤਲਬ ਇੱਕ ਸਿਖਾਉਣ ਵਾਲਾ ਬੰਦਾ। ਕਹਿੰਦੇ ਜਲਦੀ ਹੀ ਫਿਲਿਪ ਜਿਹੜਾ ਆ 1 ਘੰਟੇ ਦੇ ਵਿੱਚ ਫਿਲਿਪ ਜਿਹੜਾ ਹੈਗਾ ਆ ਉਹਦਾ ਨਾਮ ਦਰਜ ਹੋ ਜਾਂਦਾ ਆ ਕਿ ਉਹ ਮਿਊਜ਼ਿਕ ਜਿਹੜਾ ਉਹ ਸਟੱਡੀ ਕਰਾਏਗਾ ਮਰੀਨ ਬੈਂਡ ਦੇ ਵਿੱਚ। ਮਿਸਟਰ ਸੋਸਾ ਹੈਡ ਕੌਨਫੀਡੈਂਸ ਇਨ ਹਿਜ਼ ਸਨਜ਼ ਸਟਰੋਂਗ ਸੈਂਸ ਆਫ ਡਿਊਟੀ। ਮਿਸਟਰ ਸੋਸਾ ਨੂੰ ਪਤਾ ਸੀ ਕਿ ਉਹਦਾ ਸਨ ਜਿਹੜਾ ਆ ਉਹ ਆਪਣੀ ਡਿਊਟੀ ਅੱਛੇ ਤਰੀਕੇ ਨਾਲ ਨਿਭਾਵੇਗਾ। ਹੀ ਨਿਊ ਦ ਬੋਏ ਵੁੱਡ ਨਾਟ ਡਿਸਰਟ ਦ ਮਰੀਨਸ ਟੂ ਰਨ ਅਵੇ ਵਿਦ ਦ ਸਰਕਸ। ਕਹਿੰਦੇ ਮਿਸਟਰ ਸੋਸਾ ਨੂੰ ਇਹ ਵੀ ਪਤਾ ਸੀਗਾ ਕਿ ਜਿਹੜਾ ਉਹਨਾਂ ਦਾ ਬੱਚਾ ਆ ਉਹ ਮਰੀਨ ਨੂੰ ਛੱਡ ਕੇ ਇੱਕ ਸਰਕਸ ਨੂੰ ਜੁਆਇਨ ਨਹੀਂ ਕਰੇਗਾ। ਡਿਜ਼ਰਟ ਹੁੰਦਾ ਛੱਡਣਾ। ਕਹਿੰਦੇ ਉਹ ਮਰੀਨ ਨੂੰ ਛੱਡ ਕੇ ਸਰਕਸ ਜੁਆਇਨ ਨਹੀਂ ਕਰੂਗਾ। ਸੋ ਉਹਨਾਂ ਨੇ ਇੱਕ ਬੈਕਅਪ ਹੀ ਲੱਭ ਲਿਆ ਨਾ ਆਪਣੇ ਬੱਚੇ ਨੂੰ ਸਰਕਸ ਦੇ ਨਾਲ ਨਾ ਭੇਜਣ ਦਾ। ਓਕੇ, ਈਅਰਸ ਸਪੈਡ ਬਾਏ, ਸਾਲ ਬੀਤਦੇ ਗਏ। ਐਂਡ ਇਵੈਂਚੁਅਲੀ ਮਤਲਬ ਆਖਿਰਕਾਰ ਜੌਨ ਫਿਲਿਪ ਸੋਸਾ ਬਿਕੇਮ ਦ ਲੀਡਰ ਆਫ ਦ ਮਰੀਨ ਬੈਂਡ। ਜੌਨ ਫਿਲਿਪ ਸੋਸਾ ਕੀ ਬਣ ਗਿਆ? ਮਰੀਨ ਬੈਂਡ ਦਾ ਲੀਡਰ ਬਣ ਗਿਆ ਉਹ। His band is the official band of the President of United States। ਉਹਨਾਂ ਦਾ ਬੈਂਡ ਉਸ ਸਮੇਂ ਦੇ ਯੂਨਾਈਟਡ ਸਟੇਟਸ ਦਾ official brand ਸੀਗਾ। Sosa served as band master for 5 different presidents। ਕਹਿੰਦੇ ਸੋਸਾ ਨੇ 5 ਅਲੱਗ ਪ੍ਰੈਜ਼ੀਡੈਂਟਸ ਨੂੰ ਸਰਵ ਕੀਤਾ ਸੀਗਾ ਐਜ਼ ਅ ਬੈਂਡ ਮਾਸਟਰ।
During these years, the big band went abroad several times and became famous all over the world. ਕਹਿੰਦੇ ਉਸ ਸਾਲਾਂ ਦੇ ਵਿੱਚ ਇਹ ਜਿਹੜਾ ਮਸ਼ਹੂਰ ਵੱਡਾ ਬੈਂਡ ਸੀਗਾ ਇਹ ਕਈ ਥਾਵਾਂ 'ਤੇ ਅਬਰੋਡ ਮਤਲਬ ਕਈ ਕੰਟਰੀਜ਼ ਦੇ ਵਿੱਚ ਗਿਆ ਅਤੇ ਆਪਣੇ ਜਿਹੜੇ ਉਹਨਾਂ ਨੇ ਸ਼ੋਅ ਵਗੈਰਾ ਉੱਥੇ ਲਗਾਏ ਅਤੇ ਪੂਰੇ ਹੀ ਵਰਲਡ ਦੇ ਵਿੱਚ ਫੇਮਸ ਹੋ ਗਿਆ ਸੀ। ਸੋਸਾ ਆਲਸੋ ਬਿਕੇਮ ਫੇਮਸ ਐਜ਼ ਅ ਕੰਪੋਜ਼ਰ। ਕਹਿੰਦੇ ਸੋਸਾ ਇੱਕ ਕੰਪੋਜ਼ਰ ਦੇ ਨਾਮ 'ਤੇ, ਕੰਪੋਜ਼ਰ ਯਾਨੀ ਕਿ ਧੁਨ ਵਜਾਉਣ ਵਾਲੇ ਜਿਹੜੇ ਹੁੰਦੇ ਨਾ, ਬਣਾਉਣ ਵਾਲੇ ਸੌਰੀ ਕੰਪੋਜ਼ ਕਰਨ ਵਾਲੇ, ਧੁਨਾਂ ਬਣਾਉਣ ਦੇ ਵਿੱਚ ਉਹ ਕੀ ਹੋ ਗਏ, ਬਹੁਤ ਮਸ਼ਹੂਰ ਹੋ ਗਏ। ਹੀ ਰੋਟ ਮੋਰ ਦੈਨ 100 ਮਾਰਚਿਸ। ਕਹਿੰਦੇ 100 ਧੁਨਾਂ ਤੋਂ ਵੀ ਜ਼ਿਆਦਾ ਉਹਨਾਂ ਨੇ ਬਣਾ ਲਈਆਂ। ਐਂਡ ਹੀ ਵਾਜ਼ ਨੋਨ ਐਜ਼ ਦਾ ਮਾਰਚ ਕਿੰਗ। ਅਤੇ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ, ਮਾਰਚ ਕਿੰਗ ਦੇ ਨਾਂ ਦੇ ਨਾਲ ਉਹਨਾਂ ਨੂੰ ਮਸ਼ਹੂਰ ਕੀਤਾ ਗਿਆ, ਉਹਨਾਂ ਨੂੰ ਇਸ ਨਾਮ ਦੇ ਨਾਲ ਜਾਣਿਆ ਜਾਣ ਲੱਗ ਪਿਆ। He wrote one of his finest marches for a special occasion। ਕਹਿੰਦੇ ਉਹਨਾਂ ਨੇ ਇੱਕ ਬਹੁਤ ਵਧੀਆ ਧੁਨ ਬਣਾਈ ਹੋਈ ਸੀਗੀ ਇੱਕ ਵਧੀਆ ਖਾਸ ਮੌਕੇ ਦੇ ਲਈ। The Washington Post, a newspaper that is published in the nation's capital, held an essay contest। ਕਹਿੰਦੇ The Washington Post ਇਹ ਇੱਕ ਨਿਊਜ਼ਪੇਪਰ ਸੀਗੀ, ਇਹਨਾਂ ਨੇ ਪਬਲਿਸ਼ ਕੀਤਾ ਕਿ ਇਹ ਮਤਲਬ ਕਿ ਨੇਸ਼ਨਸ ਦੇ ਲਾਈਕ ਇੱਕ ਕੰਪੀਟੀਸ਼ਨ ਰੱਖ ਰਿਹਾ, ਕੋਈ ਐਸੇ ਅੱਛਾ ਲਿਖਣ ਦਾ ਕੰਪੀਟੀਸ਼ਨ ਸੀਗਾ। ਪ੍ਰਾਈਜ਼ਸ ਵਰ ਆਫਰਡ ਫॉर ਦ ਬੈਸਟ ਐਸੇ ਰਾਈਟਰਸ ਬਾਏ ਪਿਊਪਿਲਸ ਇਨ ਦ ਵਾਸ਼ਿੰਗਟਨ ਸਕੂਲਸ। ਕਹਿੰਦੇ ਵਾਸ਼ਿੰਗਟਨ ਸਕੂਲਸ ਦੇ ਵਿੱਚ ਬੱਚਿਆਂ ਨੂੰ ਜਿਹੜੇ ਕਿ ਸਿੱਖਣ ਵਾਲੇ ਬੱਚੇ ਆ ਉਹਨਾਂ ਨੂੰ ਕੀ ਆ ਲਾਈਕ ਪ੍ਰਾਈਜ਼ ਵੀ ਮਿਲਣੇ ਸੀਗੇ ਬਾਅਦ ਵਿੱਚ। A big day was planned for awarding the prizes। ਅਤੇ ਇੱਕ ਵੱਡਾ ਦਿਨ ਜਿਹੜਾ ਉਹ ਡਿਸਾਈਡ ਕੀਤਾ ਗਿਆ ਪ੍ਰਾਈਜ਼ ਡਿਸਟਰੀਬਿਊਟ ਕਰਨ ਦਾ, ਅਵਾਰਡ ਦੇਣ ਦਾ ਮਤਲਬ ਕਿ ਪਲਾਨ ਕੀਤਾ ਗਿਆ। One of the events was to be program of music played by the Marine Band। ਕਹਿੰਦੇ ਉਹਨਾਂ ਸਾਰੇ ਇਵੈਂਟਸ ਵਿੱਚੋਂ ਇੱਕ ਇਵੈਂਟ ਇੱਦਾਂ ਦਾ ਵੀ ਸੀਗਾ ਵੀ ਮਰੀਨ ਬੈਂਡ ਦੇ ਦੁਆਰਾ ਜਿਹੜਾ ਕਿ ਪ੍ਰੋਗਰਾਮ ਸੀਗਾ ਲਾਈਕ ਉਹਨਾਂ ਨੇ ਆਪਣੇ ਵਜਾਉਣੀ ਸੀਗੀ ਧੁਨ ਉੱਥੇ। ਸੋਸਾ ਵਾਜ਼ asked to compose a march in honor of the happy occasion। ਕਹਿੰਦੇ ਉਸ ਸਮੇਂ 'ਤੇ ਸੋਸਾ ਨੂੰ ਵੀ ਕਿਹਾ ਗਿਆ ਸੀ ਕਿ ਉਹ ਇਸ ਹੈਪੀ ਓਕੇਜ਼ਨ 'ਤੇ ਧੁਨ ਵਜਾਉਣਗੇ। The idea appealed to him greatly। ਕਹਿੰਦੇ ਉਹਨਾਂ ਨੂੰ ਵੀ ਆਈਡੀਆ ਬਹੁਤ ਅੱਛਾ ਲੱਗਦਾ। So he set about composing this march। ਇਸ ਲਈ ਉਹਨਾਂ ਨੇ ਖਾਸ ਜਿਹੜੀ ਕਿ ਸੀਗੀ ਹੈ ਨਾ ਲਾਈਕ ਉਹਨੂੰ ਮਤਲਬ ਇਸ ਚੀਜ਼ ਨੂੰ ਕੰਮ ਕਰਨ ਦੇ ਲਈ ਉਹ ਸੈਟ ਲਾਈਕ ਬਿਜ਼ੀ ਹੋ ਗਏ, ਇਸ ਕੰਮ ਨੂੰ ਕਰਨ ਦੇ ਲਈ, ਤੁਹਾਨੂੰ ਰੈਡੀ ਕਰਨ ਦੇ ਲਈ ਬਿਜ਼ੀ ਹੋ ਗਏ। ਦ ਗ੍ਰੇਟ ਡੇ ਫਾਈਨਲੀ ਕੇਮ। ਜਦੋਂ ਕਹਿੰਦੇ ਵੱਡਾ ਇਹ ਮੇਨ ਦਿਨ ਆਇਆ। ਦ ਬਲੂ ਸਕਾਈ ਵਾਜ਼ ਡਾਟਡ ਵਿਦ ਫਲਫੀ ਕਲਾਊਡਸ ਐਂਡ ਅ ਬਰੀਜ਼ ਵਾਜ਼ ਬਲੋਇੰਗ। ਕਹਿੰਦੇ ਨੀਲਾ ਸਕਾਈ ਡਾਟਡ ਹੋਇਆ ਪਿਆ ਸੀਗਾ ਲਾਈਕ ਡਾਟ ਹੋ ਰਹੇ ਸੀਗੇ ਉੱਥੇ ਕਲਾਊਡਸ ਦੇ ਨਾਲ, ਬੱਦਲ ਭਰੇ ਹੋਏ ਸੀਗੇ, ਹਵਾ ਸੋਹਣੀ ਸੋਹਣੀ ਚੱਲ ਰਹੀ ਸੀ। ਪੀਪਲ ਪੋਰਡ ਹੁੰਦਾ ਜਮ੍ਹਾਂ ਹੋਣਾ, ਇਕੱਠੇ ਹੋਣਾ। into the area around the big band soon thousands were waiting to hear the music। ਕਹਿੰਦੇ ਹਜ਼ਾਰਾਂ ਦੀ ਲਾਈਨਾਂ ਦੇ ਵਿੱਚ ਲੋਕੀ ਉਹਨਾਂ ਨੂੰ ਕੀ ਆ ਦੇਖਣ ਦੇ ਲਈ ਅਤੇ ਉਹਨਾਂ ਨੂੰ ਸੁਣਨ ਦੇ ਲਈ ਉੱਥੇ ਖੜੇ ਹੋਏ ਹੁੰਦੇ, ਉਹਨਾਂ ਦੀ ਵੇਟ ਕਰ ਰਹੇ ਹੁੰਦੇ ਆ। The children of Washington had been looking forward to this day for a long time। ਕਹਿੰਦੇ ਵਾਸ਼ਿੰਗਟਨ ਦੇ ਬੱਚੇ ਵੀ ਇਸ ਦਿਨ ਨੂੰ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਸੀਗੇ। and nearly all of them were there। ਕਹਿੰਦੇ ਲਗਭਗ ਸਾਰੇ ਹੀ ਉੱਥੇ ਸੀਗੇ, ਸਾਰੇ ਹੀ ਉੱਧਰ ਸੀਗੇ। The trees around the bandstand were filled with boys who had climbed up to get a good view of the famous March King। ਕਹਿੰਦੇ ਦਰਖਤ ਵੀ ਜਿੰਨੇ ਵੀ ਆਲੇ ਦੁਆਲੇ ਸੀਗੇ ਸਾਰੇ ਭਰੇ ਹੋਏ ਸੀ ਕਿ ਬੱਚੇ ਜਿਹੜੇ ਈਵਨ ਕਿ ਦਰਖਤਾਂ ਦੇ ਵੀ ਚੜ੍ਹੇ ਸੀ ਅਤੇ ਆਲੇ ਦੁਆਲੇ ਸਾਰੇ ਪਾਸੇ ਖੜ੍ਹੇ ਸੀਗੇ ਕਿਹਦੇ ਲਈ, ਫੇਮਸ ਮਾਰਚ ਕਿੰਗ ਨੂੰ ਦੇਖਣ ਦੇ ਲਈ। ਠੀਕ ਆ, ਧੁਨਾਂ ਦੇ ਰਾਜੇ ਨੂੰ ਦੇਖਣ ਦੇ ਲਈ। ਧੁਨਾਂ ਦਾ ਰਾਜਾ ਹੀ ਕਿਹਾ ਜਾਂਦਾ ਸੀ ਨਾ, ਮਾਰਚ ਕਿੰਗ ਕਿਹਾ ਜਾਂਦਾ ਸੀ, ਦੋ ਮਾਰਚ ਕਿੰਗ। After the Washington Post March was played,
everybody applauded wildly. applaud ਹੁੰਦਾ praise ਕਰਨੀ, ਤਾਰੀਫ ਕਰਨੀ। ਕਹਿੰਦੇ ਜਦੋਂ ਮਾਰਚ ਕਿੰਗ ਨੇ ਆਪਣਾ ਧੁਨ ਵਜਾ ਦਿੱਤੀ ਉਸ ਤੋਂ ਬਾਅਦ ਸਾਰੇ ਵਾਈਲਡਲੀ ਹੁੰਦਾ ਬਹੁਤ ਜ਼ਿਆਦਾ ਸਾਰਿਆਂ ਨੇ ਇਹਦੀ ਤਾਰੀਫ ਕੀਤੀ। The boys in the trees listened and watched with sparkling eyes। ਕਹਿੰਦੇ ਜਿਹੜੇ ਲੜਕੇ ਦਰਖਤਾਂ 'ਤੇ ਚੜ੍ਹੇ ਹੋਏ ਸੀਗੇ ਉਹਨਾਂ ਨੇ ਸਪਾਰਕਲਿੰਗ ਮਤਲਬ ਉਹਨਾਂ ਦੀਆਂ ਆਈਜ਼ ਦੇ ਵਿੱਚ ਇੱਕ ਅਲੱਗ ਜਿਹੀ ਚਮਕ ਨਜ਼ਰ ਆਉਂਦੀ ਸੀ ਕਿ ਜਿੱਦਾਂ ਉਹ ਦੇਖ ਰਹੇ ਸੀਗੇ ਉਸ ਸ਼ੋਅ ਨੂੰ, ਬੜੇ ਹੀ ਖੁਸ਼ ਸੀ ਉਹ। ਐਜ਼ ਦੇ ਅਪਲੋਡਡ, ਜਿਵੇਂ ਹੀ ਕਹਿੰਦੇ ਉਹਨਾਂ ਨੇ ਤਾਰੀਫ ਕੀਤੀ। ਪਰਹੈਪਸ ਸਮ ਆਫ ਦੈਮ ਵੋਡ ਹੁੰਦਾ ਕਸਮ ਖਾਣਾ। ਟੂ ਬਿਕਮ ਮਿਊਜ਼ੀਸ਼ੀਅਨਸ ਜਸਟ ਐਜ਼ ਜੌਨ ਫਿਲਿਪ ਸੌਸਾ ਹੈਡ ਡਨ ਮੈਨੀ ਈਅਰਸ ਅਗੋ। ਕਹਿੰਦੇ ਜਿਵੇਂ ਹੀ ਉਹਨਾਂ ਨੇ ਅਪਲੋਡ ਕੀਤਾ ਤਾਂ ਇੱਦਾਂ ਲੱਗ ਰਿਹਾ ਸੀਗਾ ਕਿ ਜਿੱਦਾਂ ਉਹਨਾਂ ਨੇ ਵੀ ਇੱਕ ਤਰੀਕੇ ਨਾਲ, ਉਹਨਾਂ ਵਿੱਚ ਕਈਆਂ ਨੇ ਇੱਕ ਤਰੀਕੇ ਨਾਲ ਕਸਮ ਖਾਧੀ ਹੋਵੇ ਕਿ ਉਹ ਵੀ ਮਿਊਜ਼ੀਸ਼ੀਅਨਸ ਬਣਨਗੇ ਜਿੱਦਾਂ ਕਿ ਜੌਨ ਫਿਲਿਪ ਸੌਸਾ ਨੇ ਆਪਣੇ ਚਾਈਲਡਹੁੱਡ ਦੇ ਵਿੱਚ ਖਾਧੀ ਸੀ ਬਹੁਤ ਸਾਰੇ ਸਾਲ ਪਹਿਲਾਂ। ਸੋ ਇਹ ਸੀ ਸਾਡਾ ਚੈਪਟਰ। ਆਈ ਹੋਪ ਸਾਨੂੰ ਇਸ ਚੈਪਟਰ ਤੋਂ ਇਹ ਤਾਂ ਸਿੱਖਣ ਨੂੰ ਮਿਲ ਗਿਆ ਹੋਵੇਗਾ ਨਾ ਕਿ ਮਿਹਨਤ ਕਰਨ ਦੇ ਨਾਲ ਅਸੀਂ ਆਪਣੇ ਗੋਲਸ ਨੂੰ ਅਚੀਵ ਕਰ ਸਕਦੇ ਹਾਂ, ਚਾਹੇ ਸਾਡੇ ਗੋਲਸ ਜਿਹੜੇ ਆ ਕਿੰਨੇ ਵੀ ਮਤਲਬ ਸਾਡੇ ਤੋਂ ਦੂਰ ਹੋਣ, ਕਿੰਨੀਆਂ ਵੀ ਹਰਡਲਸ ਆਉਣ ਰਸਤੇ 'ਚ, ਪਰ ਅਸੀਂ ਉਹਨਾਂ ਨੂੰ ਆਪਣੀ ਹਾਰਡ ਵਰਕ ਦੇ ਨਾਲ ਅਚੀਵ ਕਰ ਹੀ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਜੌਨ ਫਿਲਿਪ ਸੌਸਾ ਨੇ ਕਿੰਨੀ ਜ਼ਿਆਦਾ ਹਾਰਡ ਵਰਕ ਕੀਤੀ ਡੇ ਐਂਡ ਨਾਈਟ, ਸ਼ੁਰੂ ਤੋਂ ਲੈ ਕੇ ਐਂਡ ਤੱਕ, ਹੈ ਨਾ। ਈਵਨ ਦੋ ਕਿ 2 or 3 days ਉਹ ਸੋਤੇ ਵੀ ਨਹੀਂ ਪ੍ਰੋਪਰਲੀ, ਮੋਰਨਿੰਗ ਐਂਡ ਨਾਈਟ ਦੀ ਡਿਊਟੀ ਦੇ ਰਹੇ ਸੀਗੇ। ਸੋ ਪਰ ਉਹਨਾਂ ਨੂੰ ਸਕਸੈਸ ਤਾਂ ਮਿਲੀ ਆ ਨਾ ਐਂਡ ਦੇ ਉੱਤੇ। ਸੋ ਇਹ ਚੈਪਟਰ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਅਤੇ ਇਸ ਚੈਪਟਰ ਤੋਂ ਸਿੱਖਿਓ ਜ਼ਰੂਰ। ਥੈਂਕ ਯੂ ਸੋ ਮਚ। ਬਾਕੀ ਦੇ ਚੈਪਟਰ ਦੀਆਂ ਲਿੰਕਸ ਜਿਹੜੇ ਆ ਇਸ ਚੈਪਟਰ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਦੇਖ ਲਿਓ ਐਂਡ ਪੂਰਾ ਚੈਪਟਰ ਰੀਡ ਕਰ ਲਿਓ। ਥੈਂਕ ਯੂ ਸੋ ਮਚ।